ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਅੱਜਕੱਲ ਪੰਜਾਬ ਦੇ ਵਿੱਚ ਕਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਸਾਨੂੰ ਸਾਰਿਆਂ ਨੂੰ ਪਤਾ ਉਸ ਬਾਰੇ, ਹੈਨਾ। ਤੇ ਬਤੌਰ ਪੰਜਾਬੀ ਨਾਗਰਿਕ ਸਾਡੀ ਪਕੜ ਹੋਣੀ ਚਾਹੀਦੀ ਹੈ ਅਜਿਹੀ ਖਬਰਾਂ ਦੇ ਉੱਤੇ, ਅਜਿਹੇ ਇਵੈਂਟਸ ਦੇ ਉੱਤੇ ਸਾਡੀ ਪਕੜ ਹੋਣੀ ਚਾਹੀਦੀ ਹੈ। ਅਸੀਂ ਜਾਗਰੂਕ ਵੀ ਤਾਂ ਰਹਿਣਾ। ਪਰ ਦੇਖੋ ਅਸੀਂ ਸਰਕਾਰੀ ਨੌਕਰੀਆਂ ਦੀ ਪ੍ਰੀਖਿਆਵਾਂ ਦੀ ਵੀ ਤਿਆਰੀ ਕਰਨੀ ਹੈ ਤੇ ਉਹਨਾਂ ਪ੍ਰੀਖਿਆਵਾਂ ਦੇ ਲਈ ਸਾਨੂੰ ਇੱਕ ਲੋੜੀਂਦਾ ਵਿਸ਼ੇ ਕੱਢਣਾ ਪੈਣਾ ਹੈ ਇਸ ਖਬਰ ਚੋਂ। ਤਾਂ ਉਹ ਲੋੜੀਂਦਾ ਵਿਸ਼ੇ ਕਿਹੜਾ ਹੈਗਾ? ਉਹ ਹੈਗਾ ਨੈਸ਼ਨਲ ਸਿਕਿਉਰਿਟੀ ਐਕਟ ਦਾ। ਸਾਨੂੰ ਨੈਸ਼ਨਲ ਸਿਕਿਉਰਿਟੀ ਐਕਟ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਭਾਵੇਂ ਸਾਨੂੰ ਇਸ ਖਬਰ ਬਾਰੇ ਕੁਝ ਨਾ ਪਤਾ ਹੋ, ਪਰ ਸਾਡੀ ਪ੍ਰੀਖਿਆਵਾਂ ਦੇ ਲਈ ਨੈਸ਼ਨਲ ਸਿਕਿਉਰਿਟੀ ਐਕਟ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਹੁਣ ਨੈਸ਼ਨਲ ਸਿਕਿਉਰਿਟੀ ਐਕਟ ਕੀ ਹੈ, ਉਸ ਦੇ ਬਾਰੇ ਅਸੀਂ ਗੱਲ ਕਰਾਂਗੇ ਅੱਜ। ਦੇਖੋ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਨੈਸ਼ਨਲ ਸਿਕਿਉਰਿਟੀ ਐਕਟ ਨੈਸ਼ਨਲ ਸਿਕਿਉਰਿਟੀ ਨਾਲ ਰਿਲੇਟਡ ਹੈ, ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਹੈ। ਪਰ ਨੈਸ਼ਨਲ ਸਿਕਿਉਰਿਟੀ ਐਕਟ ਨਾ ਇੱਕ ਹੋਰ ਪ੍ਰੋਵੀਜ਼ਨ, ਇੱਕ ਹੋਰ ਚੀਜ਼ ਨਾਲ ਸੰਬੰਧਿਤ ਹੈ ਤੇ ਉਹ ਚੀਜ਼ ਹੈਗੀ ਹੈ ਪ੍ਰੀਵੈਂਟਿਵ ਡਿਟੈਂਸ਼ਨ ਦੀ। ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਨਾ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੀ ਕਈ ਧਾਰਾਵਾਂ ਲਾਤੀਆਂ ਇਹਨਾਂ ਨੇ ਲਾਤੀਆਂ ਅੰਮ੍ਰਿਤਪਾਲ ਦੇ ਸਾਥੀਆਂ ਦੇ ਉੱਤੇ, ਹੈ ਨਾ। ਤੇ ਨੈਸ਼ਨਲ ਸਿਕਿਉਰਿਟੀ ਐਕਟ ਐਕਚੁਅਲੀ ਡੀਲਸ ਵਿਦ ਪ੍ਰੀਵੈਂਟਿਵ ਡਿਟੈਂਸ਼ਨ। ਤਾਂ ਪ੍ਰੀਵੈਂਟਿਵ ਡਿਟੈਂਸ਼ਨ ਕੀ ਹੈ, ਧਿਆਨ ਨਾਲ ਸੁਣੋ। ਦੇਖੋ ਵੈਸੇ ਤਾਂ ਸਾਡੇ ਦੇਸ਼ ਦੇ ਵਿੱਚ ਜਦ ਕੋਈ ਜੁਰਮ ਕਰਦਾ ਹੈ, ਜਦ ਕੋਈ ਕ੍ਰਾਈਮ ਕਰਦਾ ਹੈ, ਤਾਂ ਸਰਕਾਰ ਉਸ ਨੂੰ ਡਿਟੇਨ ਕਰ ਸਕਦੀ ਹੈ, ਜੇਲ੍ਹ ਦੇ ਵਿੱਚ ਬੰਦ ਕਰ ਸਕਦੀ ਹੈ ਨਾ। ਬਟ ਕਦੇ-ਕਦੇ ਸਰਕਾਰ ਨਾ ਜੁਰਮ ਤੋਂ ਪਹਿਲਾਂ ਹੀ ਕਿਸੇ ਨੂੰ ਡਿਟੇਨ ਕਰ ਲੈਂਦੀ ਹੈ। ਜੇ ਸਰਕਾਰ ਨੂੰ ਇਸ ਚੀਜ਼ ਦੀ ਆਸ਼ੰਕਾ ਹੁੰਦੀ ਹੈ ਨਾ ਕਿ ਇਹ ਬੰਦਾ ਜੁਰਮ ਕਰਨ ਵਾਲਾ ਹੈ, he will commit some crime, ਜਦ ਸਰਕਾਰ ਨੂੰ ਇਸ ਚੀਜ਼ ਦੀ ਆਸ਼ੰਕਾ ਹੁੰਦੀ ਹੈ ਤਾਂ ਸਰਕਾਰ ਉਸ ਬੰਦੇ ਨੂੰ ਡਿਟੇਨ ਕਰ ਸਕਦੀ ਹੈ। ਹੁਣ ਤੁਹਾਨੂੰ ਲੱਗ ਰਿਹਾ ਹੋਣਾ ਕਿ this is against the principles of natural justice, ਇਹ ਗਲਤ ਗੱਲ ਹੈ ਕਿ ਬੰਦੇ ਨੇ ਹਜੇ ਤੱਕ ਜੁਰਮ ਕੀਤਾ ਵੀ ਨਹੀਂ ਪਰ ਉਹਨੂੰ ਡਿਟੇਨ ਕਰ ਲਿਆ। ਪਰ ਇਸੇ ਨੂੰ ਹੀ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਕਹਿੰਦੇ ਹਾਂ। ਤੇ ਸਾਡੇ ਦੇਸ਼ ਦੇ ਵਿੱਚ ਕਈ ਲਾਜ਼ ਐਗਜ਼ਿਸਟ ਕਰਦੇ ਹਨ, ਕਈ ਐਕਟਸ ਐਗਜ਼ਿਸਟ ਕਰਦੇ ਹਨ ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਅਲਾਉ ਕਰਦੇ ਹਨ। ਪ੍ਰੀਵੈਂਟਿਵ ਡਿਟੈਂਸ਼ਨ ਦਾ ਮਤਲਬ ਹੈ ਜੁਰਮ ਤੋਂ ਪਹਿਲਾਂ, ਜੁਰਮ ਦੀ ਆਸ਼ੰਕਾ ਤੇ ਹੀ ਕਿਸੇ ਨੂੰ ਡਿਟੇਨ ਕਰ ਲੈਣਾ। ਠੀਕ ਹੈ ਜੀ। ਹੁਣ ਦੇਖੋ ਜਿਹੜਾ ਪ੍ਰੀਵੈਂਟਿਵ ਡਿਟੈਂਸ਼ਨ ਦਾ ਕਾਨੂੰਨ ਹੈਗਾ, ਬੰਦੇ ਨੂੰ ਲੱਗ ਸਕਦਾ ਹੈ ਕਿ ਪ੍ਰੀਵੈਂਟਿਵ ਡਿਟੈਂਸ਼ਨ, ਦੇਖੋ ਸਾਡੇ ਸੰਵਿਧਾਨ ਦੇ ਵਿੱਚ ਇਸ ਦੀ ਇਜਾਜ਼ਤ ਨਹੀਂ ਹੋਣੀ। ਬਿਨਾਂ ਜੁਰਮ ਦੇ ਤੁਸੀਂ ਕਿਸ ਤਰ੍ਹਾਂ ਕਿਸੇ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਸਕਦੇ ਹੋ? ਬਟ ਸਾਡਾ ਸੰਵਿਧਾਨ ਵੀ ਇਜਾਜ਼ਤ ਦਿੰਦਾ ਹੈ ਪ੍ਰੀਵੈਂਟਿਵ ਡਿਟੈਂਸ਼ਨ ਦੀ। ਉਹ ਇਜਾਜ਼ਤ ਦਿੰਦਾ ਹੈ ਆਰਟੀਕਲ 22 ਦੇ ਅੰਡਰ। ਆਰਟੀਕਲ 22 ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦੀ ਪਰਮਿਸ਼ਨ ਦਿੱਤੀ ਗਈ ਹੈ। ਇਹ ਫੰਡਾਮੈਂਟਲ ਰਾਈਟ ਹੀ ਹੈਗਾ ਸਾਡਾ, ਆਰਟੀਕਲ 22 ਸਾਡੇ ਸੰਵਿਧਾਨ ਕਨਸਟੀਟਿਊਸ਼ਨ ਦੇ ਵਿੱਚ। ਤੇ ਇਸ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਇੱਕ ਤਾਂ ਉਹਦੀ ਇਜਾਜ਼ਤ ਦਿੱਤੀ ਗਈ ਹੈ ਤੇ ਪ੍ਰੀਵੈਂਟਿਵ ਡਿਟੈਂਸ਼ਨ ਸਰਕਾਰ ਮਿਸਯੂਜ਼ ਨਾ ਕਰ ਲਵੇ, ਇਹਦੇ ਲਈ ਸੇਫਗਾਰਡਸ ਵੀ ਦਿੱਤੇ ਗਏ ਨੇ। ਠੀਕ ਹੈ। ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਕਮਸ ਫਰਮ ਆਰਟੀਕਲ 22 ਆਫ ਦ ਕਨਸਟੀਟਿਊਸ਼ਨ। ਠੀਕ ਹੈ। ਚਲੋ ਫਿਰ ਹੁਣ ਸਾਨੂੰ ਪਤਾ ਲੱਗ ਗਿਆ ਕਿ ਨੈਸ਼ਨਲ ਸਿਕਿਉਰਿਟੀ ਐਕਟ ਇਜ਼ ਰਿਲੇਟਡ ਟੂ ਪ੍ਰੀਵੈਂਟਿਵ ਡਿਟੈਂਸ਼ਨ। ਨਾ ਨੈਸ਼ਨਲ ਸਿਕਿਉਰਿਟੀ ਐਕਟ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ, ਹਨਾ। ਚਲੋ ਪਹਿਲਾਂ ਤਾਂ ਦੇਖ ਲੈਂਦੇ ਹਾਂ ਨੈਸ਼ਨਲ ਸਿਕਿਉਰਿਟੀ ਐਕਟ ਦੇ ਪ੍ਰੋਵੀਜ਼ਨਸ ਕੀ ਨੇ, ਤੁਹਾਡੇ ਪੇਪਰ ਲਈ ਇੰਪੋਰਟੈਂਟ ਹੈਗੇ। ਤਾਂ ਕੀ ਪ੍ਰੋਵੀਜ਼ਨਸ ਨੇ, ਬਸ ਧਿਆਨ ਰੱਖਿਓ। ਇਟ ਇਜ਼ ਰਿਲੇਟਡ ਟੂ ਪ੍ਰੀਵੈਂਟਿਵ ਡਿਟੈਂਸ਼ਨ। ਠੀਕ ਹੈ। ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਕੀ ਹੋਗਾ? ਜੇ ਤੁਹਾਨੂੰ ਆਸ਼ੰਕਾ ਹੈਗੀ ਹੈ ਕਿ ਫਲਾਣਾ ਪਰਸਨ can commit a crime, can disturb law and order, can disturb national security, can disturb the public order, then you can detain him and you can prevent him from committing that crime. ਇਸ ਨੂੰ ਹੀ preventive detention ਕਹਿ ਰਹੇ ਹਾਂ। ਤਾਂ ਇਹਦੇ provisions ਕੀ ਨੇ? ਪਹਿਲੀ ਗੱਲ ਤਾਂ ਜੇ ਕਿਸੇ ਬੰਦੇ ਨੂੰ ਤੁਸੀਂ preventive detention ਦੇ ਵਿੱਚ ਰੱਖਿਆ ਹੋਇਆ ਹੈ ਤਾਂ he cannot be charged during the detention period. ਠੀਕ ਹੈ। ਜਦ ਕਿਸੇ ਪਰਸਨ ਨੂੰ ਤੁਸੀਂ ਡਿਟੇਨ ਕੀਤਾ ਹੋਇਆ ਉਸ ਵੇਲੇ ਤੁਸੀਂ ਹੋਰ ਕੋਈ ਚਾਰਜ ਨਹੀਂ ਲਾ ਸਕਦੇ ਉਹਦੇ ਉੱਤੇ। ਠੀਕ ਹੈ। ਡਿਟੈਂਸ਼ਨ ਪੀਰੀਅਡ ਦੇ ਦੌਰਾਨ। ਫਿਰ the government can detain a person from disrupting public order and maintaining supply and services essential to the community. ਠੀਕ ਹੈ। ਦੂਜੀ ਗੱਲ ਹੈ, ਦੇਖੋ ਇਸ ਦਾ ਮੈਕਸਿਮਮ ਪੀਰੀਅਡ ਜਿਹੜਾ ਹੈਗਾ ਨਾ NSA ਦੇ ਅੰਤਰਗਤ, ਜਿਹੜਾ ਆਪਣਾ ਡਿਟੈਂਸ਼ਨ ਦਾ ਮੈਕਸਿਮਮ ਪੀਰੀਅਡ ਹੈਗਾ ਉਹ ਹੈ 12 ਮਹੀਨੇ ਦਾ, 12 ਮੰਥਸ ਦਾ। ਪਰ ਜੇ ਸਰਕਾਰ ਫਰੈਸ਼ ਐਵੀਡੈਂਸ ਜਨਰੇਟ ਕਰ ਦਿੰਦੀ ਹੈ ਉਸ ਬੰਦੇ ਦੇ ਖਿਲਾਫ ਤਾਂ ਇਹ ਪੀਰੀਅਡ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ। ਇਟ ਕੈਨ ਬੀ ਮੋਰ ਦੈਨ 12 ਮੰਥਸ ਐਜ਼ ਵੈਲ। ਠੀਕ ਹੈ। ਵੈਸੇ ਤਾਂ ਮੈਕਸਿਮਮ ਪੀਰੀਅਡ ਇਜ਼ 12 ਮੰਥਸ, 1 ਸਾਲ। ਬਟ ਇਫ ਗਵਰਨਮੈਂਟ ਪ੍ਰੈਜ਼ੈਂਟਸ ਫਰੈਸ਼ ਐਵੀਡੈਂਸ ਦੈਨ ਦੈਟ ਪੀਰੀਅਡ ਕੈਨ ਬੀ ਐਕਸਟੈਂਡਡ। ਠੀਕ ਹੈ। ਉਹੀ ਗੱਲ ਲਿਖੀ ਹੋਈ ਹੈ। A person can be held for 10 days without being informed about the charges against them. ਤੇ ਜੇ ਤੁਸੀਂ ਕਿਸੇ ਪਰਸਨ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਡਰ ਰੱਖ ਰਹੇ ਹੋ
ਤਾਂ ਉਹ ਬੰਦੇ ਨੂੰ 10 ਦਿਨਾਂ ਤੱਕ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਯਾਰ ਮੇਰੇ ਉੱਤੇ ਕਿਹੜੀਆਂ ਧਾਰਾਵਾਂ ਲਾ ਦਿੱਤੀਆਂ ਗਈਆਂ। ਠੀਕ ਹੈ, ਤੁਹਾਡੀ ਕੋਈ ਡਿਊਟੀ ਨਹੀਂ ਹੈ। ਵੈਸੇ ਤਾਂ ਜੇ ਤੁਸੀਂ ਕਿਸੇ ਪਰਸਨ ਨੂੰ ਡਿਟੇਨ ਕਰ ਰਹੇ ਹੋ ਨਾ, ਅੰਡਰ ਆਰ ਕਨਸਟੀਟਿਊਸ਼ਨ, ਅੰਡਰ ਆਰ ਲਾਅ ਐਂਡ ਆਰਡਰ ਸਿਸਟਮ, ਜੇ ਤੁਸੀਂ ਕਿਸੇ ਪਰਸਨ ਨੂੰ ਡਿਟੇਨ ਕਰ ਰਹੇ ਹੋ ਤਾਂ ਤੁਹਾਨੂੰ ਉਸ ਨੂੰ ਦੱਸਣਾ ਪੈਂਦਾ ਹੈ ਕਿ ਕਿਹੜੀਆਂ ਧਾਰਾਵਾਂ ਲਾਈ ਗਈਆਂ ਉਹਦੇ ਉੱਤੇ। ਠੀਕ ਹੈ, ਤੇ ਕਿਹੜੀਆਂ ਧਾਰਾਵਾਂ ਦੇ ਅੰਡਰ ਅਸੀਂ ਤੁਹਾਨੂੰ ਡਿਟੇਨ ਕਰ ਰਹੇ ਹਾਂ। ਬਟ ਅੰਡਰ ਨੈਸ਼ਨਲ ਸਿਕਿਉਰਿਟੀ ਐਕਟ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਫॉर 10 ਡੇਜ਼, 10 ਦਿਨਾਂ ਤੱਕ ਤੁਹਾਨੂੰ ਦੱਸਣ ਦੀ ਲੋੜ ਨਹੀਂ। ਠੀਕ ਹੈ, ਅੱਛਾ, ਇੱਕ ਹੋਰ ਪ੍ਰੋਵੀਜ਼ਨ, during this time the person can appeal to high court advisory board but won't be allowed a lawyer during the trial। ਤਾਂ ਬਿਲਕੁਲ ਹੀ ਡਿਸਐਡਵਾਂਟੇजेस ਨਾਲ ਭਰਿਆ ਹੋਇਆ ਹੈ ਜੇ ਕੋਈ ਅਕਿਊਜ਼ਡ ਹੈਗਾ ਇਸ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਦੇ ਅੰਡਰ। ਠੀਕ ਹੈ, ਬੰਦਾ ਅਪੀਲ ਕਰ ਸਕਦਾ ਉਹਦੀ ਡਿਟੈਂਸ਼ਨ ਦੇ ਖਿਲਾਫ ਹਾਈ ਕੋਰਟ ਦੇ ਕੋਲ, ਬਟ ਉਹਨੂੰ ਲਾਇਰ ਦੀ ਸੁਵਿਧਾ ਨਹੀਂ ਉਪਲਬਧ ਕਰਾਵਾਂਗੇ। ਠੀਕ ਹੈ, ਲਾਇਰ ਹੈਗਾ ਹੀ ਨਹੀਂ, ਤੇ ਜਨਰਲੀ ਬੰਦਿਆਂ ਨੂੰ ਇੰਨਾ ਲਾਅ ਦੀ ਜਾਣਕਾਰੀ ਤਾਂ ਹੁੰਦੀ ਨਹੀਂ ਹੈ, ਇਸੇ ਕਰਕੇ ਬੰਦਾ ਡਿਟੇਨ ਹੀ ਰਹਿੰਦਾ ਹੈ ਫॉर 12 ਮੰਥਸ। ਜਦ ਸਰਕਾਰ ਦੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਯਾਰ ਹਾਂ ਹੁਣ ਇਹ ਬੰਦਾ ਕੋਈ ਥ੍ਰੈਟ ਨਹੀਂ ਹੈ, ਫਿਰ ਸਰਕਾਰ ਛੱਡ ਦਿੰਦੀ ਹੈ। ਉਹ ਸਰਕਾਰ 12 ਮਹੀਨਿਆਂ ਤੋਂ ਪਹਿਲੇ ਵੀ ਛੱਡ ਸਕਦੀ ਹੈ, ਪਰ ਇਹ ਸਰਕਾਰ ਦੇ ਉੱਤੇ ਹੈ, ਸਰਕਾਰ ਤੇ ਨਿਰਭਰ ਕਰਦਾ। ਠੀਕ ਹੈ, ਚਲੋ ਹੁਣ ਇਹ ਤਾਂ ਸਾਨੂੰ ਪਤਾ ਲੱਗ ਗਿਆ ਸਾਡੀ ਪ੍ਰੀਖਿਆਵਾਂ ਦੇ ਲਈ, ਸਾਡੇ ਐਗਜ਼ਾਮੀਨੇਸ਼ਨ ਦੇ ਲਈ ਕਿ ਇਹਦੇ ਪ੍ਰੋਵੀਜ਼ਨਸ ਕੀ ਨੇ, ਹੈਨਾ। ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਕਿਨ-ਕਿਨ ਸਰਕਮਸਟੈਂਸਸ ਦੇ ਵਿੱਚ ਕਿਸੇ ਬੰਦੇ ਤੇ NSA ਦੀ ਧਾਰਾਵਾਂ ਲਾਈ ਜਾ ਸਕਦੀਆਂ ਨੇ, ਹੈਨਾ। ਤਾਂ ਗਰਾਊਂਡਸ ਕੀ ਨੇ? ਪਹਿਲੀ ਗੱਲ ਤਾਂ ਜੇ ਸਰਕਾਰ ਨੂੰ ਆਸ਼ੰਕਾ ਹੈਗੀ ਹੈ ਕਿ ਇਹ ਬੰਦਾ ਨੈਸ਼ਨਲ ਸਿਕਿਉਰਿਟੀ ਨੂੰ ਡਿਸਟਰਬ ਕਰ ਸਕਦਾ ਹੈ, ਤਾਂ ਨੈਸ਼ਨਲ ਸਿਕਿਉਰਿਟੀ ਦੇ ਗਰਾਊਂਡ ਤੇ ਉਸ ਬੰਦੇ ਨੂੰ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਜਾ ਸਕਦਾ ਹੈ। ਠੀਕ ਹੈ, ਜੇ ਸਰਕਾਰ ਨੂੰ ਆਸ਼ੰਕਾ ਹੈ ਕਿ ਇਹ ਬੰਦਾ ਫਿਊਚਰ ਦੇ ਵਿੱਚ ਪਬਲਿਕ ਆਰਡਰ ਡਿਸਟਰਬ ਕਰੂਗਾ, ਠੀਕ ਹੈ, ਫਿਰ ਤੁਸੀਂ ਲਾ ਸਕਦੇ ਹੋ ਧਾਰਾਵਾਂ। ਜੇ ਲੱਗਦਾ ਹੈ ਕਿ ਇੰਡੀਆ ਦੇ ਡਿਫੈਂਸ ਨੂੰ ਪ੍ਰੈਜੁਡਿਸ ਕੀਤਾ ਜਾ ਰਿਹਾ ਹੈ ਜਾਂ ਇੰਡੀਆ ਦਾ ਡਿਫੈਂਸ ਖਤਰੇ 'ਚ ਹੋਊਗਾ ਜੇ ਇਸ ਬੰਦੇ ਨੂੰ ਫ੍ਰੀ ਛੱਡਿਆ ਸੀ, ਤਾਂ ਤੁਸੀਂ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਪਾ ਸਕਦੇ ਹੋ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਬੰਦਾ ਹੈਗਾ ਜਿਸ ਦੇ ਉੱਤੇ ਅਸੀਂ NSA ਦੀ ਧਾਰਾਵਾਂ ਲਾ ਰਹੇ ਹਾਂ, ਇਹ ਫਿਊਚਰ ਦੇ ਵਿੱਚ ਫ੍ਰੈਂਡਲੀ ਰਿਲੇਸ਼ਨਸ ਵਿਦ ਅਨਦਰ ਕੰਟਰੀ ਨੂੰ ਡਿਸਟਰਬ ਕਰੂਗਾ, ਤਾਂ ਤੁਸੀਂ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਪਾ ਸਕਦੇ ਹੋ ਇਸ ਬੰਦੇ ਨੂੰ, ਹੈਨਾ। ਪ੍ਰੈਜੁਡਿਸ ਅਗੇਂਸਟ ਫ੍ਰੈਂਡਲੀ ਰਿਲੇਸ਼ਨਸ ਵਿਦ ਸਟੇਟ। ਤਾਂ ਇਹ 4 ਗਰਾਊਂਡਸ ਨੇ ਜਿਨ੍ਹਾਂ ਦੇ ਅੰਦਰ ਇੱਕ ਬੰਦੇ ਨੂੰ NSA ਦੇ ਅੰਦਰ ਇਸ ਬੰਦੇ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਰੱਖਿਆ ਜਾ ਸਕਦਾ। ਬਹੁਤ ਜ਼ਿਆਦਾ ਅੰਦਰ ਹੋ ਗਿਆ, ਬਟ NSA ਦੀ ਧਾਰਾਵਾਂ ਲੱਗਣਗੀਆਂ ਇਸ ਬੰਦੇ ਦੇ ਉੱਤੇ ਜੇ ਇਹ 4 ਗਰਾਊਂਡਸ ਜਾਂ ਇਹਨਾਂ 4 ਗਰਾਊਂਡਸ ਦੇ ਵਿੱਚ ਕੋਈ ਵੀ ਇੱਕ ਗਰਾਊਂਡ ਮੀਟ ਹੁੰਦਾ ਹੈ। ਠੀਕ ਹੈ, ਤਾਂ ਇਹੀ ਚੀਜ਼ਾਂ ਸਾਨੂੰ ਪਤਾ ਹੋਣੀ ਚਾਹੀਦੀਆਂ NSA ਬਾਰੇ। ਪਰ ਦੇਖੋ ਸਾਡੇ ਪੇਪਰਾਂ ਲਈ NSA ਦਾ ਇਤਿਹਾਸ ਵੀ ਮਹੱਤਵਪੂਰਨ ਹੈ, ਹੈਨਾ। ਤਾਂ NSA ਦੇ ਇਤਿਹਾਸ ਵੱਲ ਜਾਂਦੇ ਹਾਂ ਤੇ ਮੈਂ ਇਸ ਦਾ ਕ੍ਰਿਟਿਸਿਜ਼ਮ ਵੀ ਨਾਲ ਦੇ ਨਾਲ ਹੀ ਤੁਹਾਨੂੰ ਦੱਸਾਂਗਾ। ਠੀਕ ਹੈ, ਤਾਂ ਦੇਖੋ NSA ਜਾਂ NSA ਦੀ ਗੱਲ ਨਹੀਂ ਮੈਂ ਕਰਦਾ, ਮੈਂ ਨਾ ਪ੍ਰੀਵੈਂਟਿਵ ਡਿਟੈਂਸ਼ਨ ਦੀ ਗੱਲ ਕਰਦਾ। ਦੇਖੋ ਸਭ ਤੋਂ ਵੱਧ ਕੰਟਰੋਵਰਸ਼ੀਅਲ ਜਿਹੜਾ ਪ੍ਰੋਵੀਜ਼ਨ ਹੈਗਾ ਉਹ ਪ੍ਰੀਵੈਂਟਿਵ ਡਿਟੈਂਸ਼ਨ ਦਾ ਹੀ ਹੈ। ਠੀਕ ਹੈ, NSA ਪ੍ਰੀਵੈਂਟਿਵ ਡਿਟੈਂਸ਼ਨ ਨੂੰ ਵੀ ਇੰਪਾਵਰ ਕਰਦਾ ਹੈ। ਤਾਂ ਇੰਡੀਆ ਦੇ ਵਿੱਚ ਜਿਹੜਾ ਪ੍ਰੀਵੈਂਟਿਵ ਡਿਟੈਂਸ਼ਨ ਦਾ ਕਨਸੈਪਟ ਹੈ ਨਾ, ਉਹ ਗੋਰੇ ਲੈ ਕੇ ਆਏ ਸੀ। ਸਭ ਤੋਂ ਪਹਿਲਾਂ ਪ੍ਰੀਵੈਂਟਿਵ ਡਿਟੈਂਸ਼ਨ ਆਇਆ ਸੀ ਅੰਡਰ ਬੰਗਾਲ ਰੈਗੂਲੇਸ਼ਨ ਐਕਟ ਬਾਈ ਈਸਟ ਇੰਡੀਆ ਕੰਪਨੀ। 1818 ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਜਿਹੜੀ ਈਸਟ ਇੰਡੀਆ ਕੰਪਨੀ ਆ ਉਹ ਲੈ ਕੇ ਆਈ ਸੀ ਪ੍ਰੀਵੈਂਟਿਵ ਡਿਟੈਂਸ਼ਨ ਦਾ ਕਨਸੈਪਟ। ਠੀਕ ਹੈ, ਫਿਰ ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਤਾਂ ਹਟ ਗਈ, ਤੁਸੀਂ ਜਾਣਦੇ ਹੋ। ਰਿਵੋਲਟ ਆਫ 1857 ਦੇ ਬਾਅਦ ਬ੍ਰਿਟਿਸ਼ ਸਰਕਾਰ ਡਾਇਰੈਕਟਲੀ ਇੰਡੀਆ ਦੇ ਉੱਤੇ ਆਪਣਾ ਰਾਜ ਸਥਾਪਿਤ ਕਰ ਗਈ, ਹੈਨਾ। ਈਸਟ ਇੰਡੀਆ ਕੰਪਨੀ ਨੂੰ ਬਾਹਰ ਕੱਢਿਆ ਤੇ ਬ੍ਰਿਟਿਸ਼ ਗਵਰਨਮੈਂਟ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ, ਬ੍ਰਿਟਿਸ਼ ਕੁਈਨ directly came to rule India. They directly ruled India, है ना। फिर उस तो बाद 1919 ਦੇ ਵਿੱਚ ਰਾਉਲੇਟ ਐਕਟ ਇਨੈਕਟ ਕੀਤਾ ਗਿਆ। ਇਸ ਦਾ ਬਹੁਤ ਕ੍ਰਿਟਿਸਿਜ਼ਮ ਵੀ ਹੋਇਆ। ਜਿੰਨੇ ਵੀ ਫਰੀडम ਫਾਈਟਰਸ ਸੀਗੇ ਉਸ ਵੇਲੇ, ਠੀਕ ਹੈ, ਬਾਲ ਗੰਗਾਧਰ ਤਿਲਕ, ਜਿੰਨੇ ਵੀ ਕਾਂਗਰਸ ਦੇ ਮੈਂਬਰ ਸੀਗੇ, ਫਰੀडम ਫਾਈਟਰਸ ਸੀਗੇ, ਤੇ ਮੁਸਲਿਮ ਲੀਗ ਦੇ ਵੀ ਮੈਂਬਰਸ, ਮੁਹੰਮਦ ਅਲੀ ਜਿਨਾ, he opposed preventive detention under Rowlatt Act. He opposed Rowlatt Act because according to Muhammad Ali Jinnah and according to many freedom national freedom fighters, according to many freedom fighters and Muhammad Ali Jinnah himself, there is no place for preventive detention in civilized world. In other words, sige ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਸੀ ਕਿ ਪ੍ਰੀਵੈਂਟਿਵ ਡਿਟੈਂਸ਼ਨ ਦਾ ਕੋਈ ਆਧਾਰ ਨਹੀਂ ਹੈਗਾ ਮਾਡਰਨ ਦੁਨੀਆ ਦੇ ਵਿੱਚ। ਠੀਕ ਹੈ, ਕੋਈ ਆਧਾਰ ਨਹੀਂ ਹੈਗਾ ਸਿਵਲਾਈਜ਼ਡ ਦੁਨੀਆ ਦੇ ਵਿੱਚ। ਤੇ ਜੇ ਅਸੀਂ ਸਿਵਲਾਈਜ਼ ਬਣਨਾ ਚਾਹੁੰਦੇ ਹਾਂ ਜਾਂ ਜੇ ਇੰਡੀਆ ਨੂੰ ਸਿਵਲਾਈਜ਼ ਕਰਨਾ ਚਾਹੁੰਦੇ ਹਾਂ ਤਾਂ ਪ੍ਰੀਵੈਂਟਿਵ ਡਿਟੈਂਸ਼ਨ ਨਾਲ ਤਾਂ ਨਹੀਂ ਹੋਊਗਾ। ਤੇ ਦੇ ਓਪੋਜ਼ ਪ੍ਰੀਵੈਂਟਿਵ ਡਿਟੈਂਸ਼ਨ ਕਾਫੀ ਹੱਦ ਤੱਕ, ਜਾਂ ਰਾਉਲੇਟ ਐਕਟ।
ਫਿਰ ਉਸ ਤੋਂ ਬਾਅਦ ਜਦ ਇੰਡੀਆ ਆਜ਼ਾਦ ਹੋ ਗਿਆ ਨਾ, ਤਾਂ ਜਦ ਇੰਡੀਆ ਦਾ ਸੰਵਿਧਾਨ ਲਿਖਿਆ ਜਾ ਰਿਹਾ ਸੀ, ਉਸ ਵੇਲੇ ਡਿਸਕਸ਼ਨਸ ਹੋਈਆਂ ਸੀਗੀਆਂ। ਡਿਸਕਸ਼ਨਸ ਦੇ ਵਿੱਚ ਕੀ ਸੀਗਾ, ਉਹੀ ਜਿੰਨਾਂ ਦੀ ਗੱਲ ਚੱਲ ਰਹੀ ਸੀ ਕਿ ਦੇਖੋ ਸਿਵਲਾਈਜ਼ਡ ਦੁਨੀਆ ਦੇ ਵਿੱਚ, ਤਾਂ ਸਿਵਲਾਈਜ਼ਡ ਵਰਲਡ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦਾ ਕੋਈ ਆਧਾਰ ਨਹੀਂ ਹੈਗਾ, ਹੈਨਾ। ਪ੍ਰੀਵੈਂਟਿਵ ਡਿਟੈਂਸ਼ਨ ਨਹੀਂ ਹੋਣਾ ਚਾਹੀਦਾ। ਤੇ ਹੁਣ ਅਸੀਂ ਇੰਡੀਆ ਦਾ ਜਿਹੜਾ ਅਸੀਂ ਕਨਸਟੀਟਿਊਸ਼ਨ ਲਿਖ ਰਹੇ ਹਾਂ, ਸੰਵਿਧਾਨ ਲਿਖ ਰਹੇ ਹਾਂ, ਉਸ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਤਾਂ ਨਹੀਂ ਹੋਣਾ ਚਾਹੀਦਾ, ਬਿਕੋਜ਼ ਇੰਡੀਆ ਨੂੰ ਅਸੀਂ ਸਿਵਲਾਈਜ਼ ਬਣਾਉਣਾ ਹੈ ਨਾ। ਤਾਂ ਬਥੇਰੇ ਇਹੋ ਜਿਹੇ ਕਨਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸੀਗੇ ਜਿਹੜੇ ਕਹਿ ਰਹੇ ਸੀ ਕਿ ਪ੍ਰੀਵੈਂਟਿਵ ਡਿਟੈਂਸ਼ਨ ਬਿਲਕੁਲ ਵੀ ਅਲਾਉਡ ਨਹੀਂ ਹੋਣਾ ਚਾਹੀਦਾ ਇੰਡੀਪੈਂਡੈਂਟ ਇੰਡੀਆ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਇਸ ਨੂੰ ਬੈਨ ਕਰ ਦਿਓ। ਪਰ ਉਸ ਵੇਲੇ ਅਜਿਹੇ ਮੈਂਬਰਸ ਵੀ ਸੀਗੇ ਜਿਹੜੇ ਕਹਿ ਰਹੇ ਸੀ ਦੇਖੋ ਇੰਡੀਆ ਦੀ ਜਿਹੜੀ ਕੰਡੀਸ਼ਨਸ ਹੈਗੀਆਂ ਨਾ ਉਹ ਪੈਕਿਊਲੀਅਰ ਹੈਗੀਆਂ, ਇੰਡੀਆ ਦੀ ਸਿਕਿਉਰਿਟੀ, ਇੰਡੀਆ ਦੀ ਇੰਟੈਗ੍ਰਿਟੀ ਹਮੇਸ਼ਾ ਥ੍ਰੈਟ ਦੇ ਵਿੱਚ ਹੀ ਰਹੂਗੀ, ਇਸੇ ਕਰਕੇ ਕਦੇ-ਕਦੇ ਸਾਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੀ ਲੋੜ ਪੈਣੀ ਹੈ, ਤਾਂ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਬੈਨ ਨਹੀਂ ਕਰਦੇ ਆਊਟਰਾਈਟਲੀ, ਠੀਕ ਹੈ। ਹਾਂ, ਸਰਕਾਰ ਇਸ ਦਾ ਮਿਸਯੂਜ਼ ਨਾ ਕਰ ਲਵੇ, ਇਸੇ ਕਰਕੇ ਕਨਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦੇ ਕੁਝ ਸੇਫਗਾਰਡਸ ਵੀ ਮੈਂਸ਼ਨ ਕਰ ਦਿੱਤੇ ਜਾਣਗੇ, ਬਟ ਪ੍ਰੀਵੈਂਟਿਵ ਡਿਟੈਂਸ਼ਨ ਹੋਣਾ ਜ਼ਰੂਰ ਚਾਹੀਦਾ ਬਿਕੋਜ਼ ਇੰਡੀਆ ਦੇ ਸਰਕਮਸਟੈਂਸਸ ਪੈਕਿਊਲੀਅਰ ਨੇ, ਠੀਕ ਹੈ। ਉਹ ਅਸੀਂ ਤੁਹਾਡੀ ਗੱਲ ਮੰਨ ਗਏ ਕਿ ਸਿਵਲਾਈਜ਼ਡ ਵਰਲਡ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦਾ ਕੋਈ ਆਧਾਰ ਨਹੀਂ ਹੈ, ਫਿਰ ਵੀ ਇੰਡੀਆ ਦੀ ਸਿਕਿਉਰਿਟੀ ਇੰਟੈਗ੍ਰਿਟੀ ਲਈ ਸਾਨੂੰ ਪ੍ਰੀਵੈਂਟਿਵ ਡਿਟੈਂਸ਼ਨ ਰੱਖਣਾ ਪੈਣਾ ਹੈ। ਹਾਂ, ਇਹਦਾ ਮਿਸਯੂਜ਼ ਅਸੀਂ ਪ੍ਰੀਵੈਂਟ ਕਰਾਂਗੇ, ਤਾਂ ਇਸੇ ਕਰਕੇ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 22 ਰੱਖਿਆ ਗਿਆ, ਉਸ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦੀ ਪਰਮਿਸ਼ਨ ਦਿੱਤੀ ਗਈ। ਹਾਂ, ਸੇਫਗਾਰਡਸ ਵੀ ਦਿੱਤੇ ਗਏ ਕਿ ਤੁਸੀਂ ਕਿਸੇ ਬੰਦੇ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਡਰ ਨਹੀਂ ਰੱਖ ਸਕਦੇ more than 3 months, for more than 3 months। ਜੇ ਤੁਸੀਂ ਕਿਸੇ ਬੰਦੇ ਨੂੰ for more than 3 months ਰੱਖਣਾ ਹੈ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਡਰ, ਤਾਂ ਇੱਕ ਬੋਰਡ ਬਣੂਗਾ ਜਿਹਦੇ ਵਿੱਚ ਹਾਈ ਕੋਰਟ ਦੇ ਜੱਜਸ ਬੈਠਣਗੇ ਤੇ ਉਹ ਡਿਸਾਈਡ ਕਰਨਗੇ ਕਿ ਇਸ ਬੰਦੇ ਦਾ ਪ੍ਰੀਵੈਂਟਿਵ ਡਿਟੈਂਸ਼ਨ ਦਾ ਪੀਰੀਅਡ ਐਕਸਟੈਂਡ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ। ਇਹ ਸੇਫਗਾਰਡ ਰੱਖਿਆ ਗਿਆ ਸੀ, ਠੀਕ ਹੈ। ਤੇ ਇਸ ਸੇਫਗਾਰਡ ਦੇ ਵਿੱਚ ਵੀ ਬਹੁਤ ਸਾਰੀਆਂ ਕੰਟਰੋਵਰਸੀਜ਼ ਹੋਈਆਂ ਸੀਗੀਆਂ, ਬਟ ਉਸ ਦੇ ਵਿੱਚ ਅਸੀਂ ਨਹੀਂ ਜਾਵਾਂਗੇ, ਠੀਕ ਹੈ। ਤਾਂ ਆਰਟੀਕਲ 22 ਨੂੰ ਇਨੈਕਟ ਕਰਨ ਲਈ 1950 ਦੇ ਵਿੱਚ ਇੰਡੀਪੈਂਡੈਂਟ ਇੰਡੀਆ ਨੇ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਕੱਢਿਆ, ਠੀਕ ਹੈ। ਪ੍ਰੀਵੈਂਟਿਵ ਡਿਟੈਂਸ਼ਨ ਐਕਟ 1950। 1969 ਦੇ ਵਿੱਚ ਇਹ ਐਕਟ ਕੋਲੈਪਸ ਕਰ ਗਿਆ, ਤਾਂ ਇਸ ਨੂੰ ਰਿਪਲੇਸ ਕਰਨ ਲਈ ਇੰਦਰਾ ਗਾਂਧੀ ਦੀ ਸਰਕਾਰ ਨੇ ਬਣਾਇਆ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਮੀਸਾ, 1971 ਦੇ ਵਿੱਚ। ਤਾਂ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਜਿਹੜਾ 1950 ਦੇ ਵਿੱਚ ਸੀਗਾ ਉਹ ਐਕਸਪਾਇਰ ਕਰ ਗਿਆ 1969 ਦੇ ਵਿੱਚ। ਤਾਂ 2 ਸਾਲਾਂ ਦੇ ਅੰਦਰ ਇੰਦਰਾ ਗਾਂਧੀ ਨੇ ਨਵਾਂ ਐਕਟ ਬਣਾਤਾ which was known as MISA, Maintenance of Internal Security Act। ਇਸ ਦਾ ਨਾਂ ਯਾਦ ਰੱਖਿਓ, ਠੀਕ ਹੈ। ਇਹ ਵੀ ਪ੍ਰੀਵੈਂਟਿਵ ਡਿਟੈਂਸ਼ਨ ਦੇ ਪ੍ਰੋਵੀਜ਼ਨਸ ਇਸ ਦੇ ਅੰਦਰ ਸੀਗੇ, ਇਸ ਐਕਟ ਦੇ ਅੰਦਰ, ਠੀਕ ਹੈ। ਉਦੋਂ ਬਾਅਦ ਤੁਹਾਨੂੰ ਪਤਾ ਹੈ ਕਿ ਐਮਰਜੈਂਸੀ ਲੱਗੀ ਸੀ ਇੰਦਰਾ ਗਾਂਧੀ ਦੀ ਸਰਕਾਰ ਦੇ ਅੰਡਰ, ਹੈ ਨਾ। ਐਮਰਜੈਂਸੀ ਦੇ ਵਿੱਚ ਇੰਦਰਾ ਗਾਂਧੀ ਨੇ ਮੀਸਾ ਫੁੱਲ ਯੂਜ਼ ਕੀਤਾ, ਠੀਕ ਹੈ। ਬਹੁਤ ਸਾਰੇ ਜਿਹੜੇ ਇੰਦਰਾ ਗਾਂਧੀ ਦੇ ਵਿਰੋਧੀ ਪੱਖ ਦੇ ਸੀਗੇ ਉਹਨਾਂ ਸਾਰਿਆਂ ਨੂੰ ਮੀਸਾ ਦੇ ਧਾਰਾਵਾਂ ਦੇ ਅੰਡਰ ਜੇਲ੍ਹ 'ਚ ਬੰਦ ਕਰਤਾ ਸੀ, ਠੀਕ ਹੈ। ਉਹਨਾਂ ਨੇ ਕੋਈ ਜੁਰਮ ਵੀ ਨਹੀਂ ਕੀਤਾ, ਫਿਰ ਵੀ ਬੰਦ ਕਰਤਾ ਸੀ, ਤਾਂ ਠੀਕ ਠਾਕ ਮਿਸਯੂਜ਼ ਕੀਤਾ। ਫਿਰ ਜਦ ਐਮਰਜੈਂਸੀ ਖਤਮ ਹੋ ਗਈ ਤੇ ਜਨਤਾ ਪਾਰਟੀ ਦੀ ਸਰਕਾਰ ਬਣੀ, ਤਾਂ ਜਨਤਾ ਪਾਰਟੀ ਹੀ ਤਾਂ ਸੀਗੀ ਜਿਹੜੀ ਪ੍ਰੋਟੈਸਟ ਕਰ ਰਹੀ ਸੀ ਐਮਰਜੈਂਸੀ ਦੇ ਖਿਲਾਫ, ਤਾਂ ਉਹਨਾਂ ਦੇ ਖਿਲਾਫ ਹੀ ਮੀਸਾ ਦਾ ਮਿਸਯੂਜ਼ ਹੋਇਆ ਸੀ। ਤਾਂ ਉਹਨਾਂ ਨੇ ਡਿਸਾਈਡ ਕੀਤਾ ਕਿ ਯਾਰ ਅਸੀਂ ਮੀਸਾ ਨੂੰ ਰਿਪੀਲ ਕਰ ਦਾਂਗੇ। ਤਾਂ ਜਨਤਾ ਪਾਰਟੀ ਦੀ ਜਦ ਸਰਕਾਰ ਆਈ ਆਫਟਰ ਐਮਰਜੈਂਸੀ, ਉਹਨਾਂ ਨੇ ਇੰਦਰਾ ਗਾਂਧੀ ਦੀ ਸਰਕਾਰ ਦਾ ਮੀਸਾ ਐਕਟ ਰਿਪੀਲ ਕਰਤਾ। ਫਿਰ 2-3 ਸਾਲਾਂ ਦੇ ਬਾਅਦ ਇੰਦਰਾ ਗਾਂਧੀ ਵਾਪਸ ਆ ਗਈ, ਉਹਨੇ ਫਿਰ ਮੀਸਾ ਲਾਤਾ, ਠੀਕ ਹੈ। ਬਟ ਇਸ ਵਾਰ ਉਹਨੇ ਮੀਸਾ ਦਾ ਨਾਂ ਚੇਂਜ ਕਰਕੇ ਰੱਖਿਆ ਨੈਸ਼ਨਲ ਸਿਕਿਉਰਿਟੀ ਐਕਟ। ਤੇ ਇਹ ਉਹੀ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਿਸ ਦੀਆਂ ਧਾਰਾਵਾਂ ਅੰਮ੍ਰਿਤਪਾਲ ਦੇ ਸਾਥੀਆਂ ਦੇ ਉੱਤੇ ਲਾਈਆਂ ਗਈਆਂ, ਠੀਕ ਹੈ। ਤਾਂ ਇਸ ਦਾ ਇਤਿਹਾਸ ਤੁਸੀਂ ਦੇਖ ਲਓ, ਠੀਕ ਹੈ। ਤੇ ਇਹ ਸਾਰੇ ਜਿਹੜੇ ਐਕਟਸ ਹੈਗੇ ਇਹਨਾਂ ਦੇ ਨਾਂ ਨਾ ਰਟੇ ਹੋਣੇ ਚਾਹੀਦੇ ਹਨ ਤੁਹਾਨੂੰ, ਠੀਕ ਹੈ। ਬੰਗਾਲ ਰੈਗੂਲੇਸ਼ਨ ਐਕਟ ਨਾਲ ਪ੍ਰੀਵੈਂਟਿਵ ਡਿਟੈਂਸ਼ਨ ਦਾ ਆਗਾਜ਼ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਰਾਉਲੇਟ ਐਕਟ, ਫਿਰ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਨਹਿਰੂ ਦੀ ਸਰਕਾਰ ਦੇ ਅੰਡਰ ਬਣਿਆ, ਫਿਰ ਮੀਸਾ ਐਕਟ ਇੰਦਰਾ ਗਾਂਧੀ ਦੀ ਸਰਕਾਰ ਦੇ ਅੰਤਰਗਤ ਜਿਹੜਾ ਬਣਿਆ। ਫਿਰ ਮੀਸਾ ਐਕਟ 2-3 ਸਾਲਾਂ ਲਈ ਸਸਪੈਂਡ ਹੋ ਗਿਆ ਸੀ, ਜਨਤਾ ਪਾਰਟੀ ਰਿਪੀਲ ਕਰ ਗਈ ਸੀ ਉਹਨੂੰ। ਫਿਰ ਇੰਦਰਾ ਗਾਂਧੀ ਜਦ ਵਾਪਸ ਆਈ ਤਾਂ ਉਹਨੇ ਮੀਸਾ ਦਾ ਨਾਂ ਚੇਂਜ ਕਰਕੇ NSA ਰੱਖਤਾ। ਪ੍ਰੋਵੀਜ਼ਨਸ ਲਗਭਗ ਉਹੀ ਰੱਖੇ, ਪਰ ਕਿਉਂਕਿ ਮੀਸਾ ਐਕਟ ਇਤਨਾ ਇਨਫੇਮਸ ਹੋ ਚੁੱਕਿਆ ਸੀ, ਇੰਨਾ ਇਨਫੇਮਸ ਹੋ ਚੁੱਕਿਆ ਸੀ ਕਿ ਇੰਦਰਾ ਗਾਂਧੀ ਨੂੰ ਲੱਗਿਆ ਕਿ ਯਾਰ ਮੀਸਾ ਦੀ ਲੋੜ ਤਾਂ ਹੈਗੀ ਹੈ ਸਾਨੂੰ, ਜੇ ਮੈਨੂੰ ਆਪਣੀ ਸਰਕਾਰ ਬਚਾ ਕੇ ਰੱਖਣੀ ਹੈ, ਪਰ ਨਾਂ ਚੇਂਜ ਕਰ ਦਿਓ। ਲੋਕਾਂ ਦੇ ਦਿਲ ਦੇ ਵਿੱਚ, ਲੋਕਾਂ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਨਫ਼ਰਤ ਹੈਗੀ ਹੈ ਇਸ ਨਾਂ ਨੂੰ ਲੈ ਕੇ, ਮੀਸਾ।
ਤਾਂ ਸੇਮ ਪ੍ਰੋਵੀਜ਼ਨ ਰੱਖੋ, ਬਸ ਨਾ ਚੇਂਜ ਕਰ ਦਿਓ। ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ, ਲੋਕ ਤਾਂ ਬੇਵਕੂਫ ਹੈ, ਇਹੀ ਸੋਚਦੇ ਸੀ ਸਾਡੇ ਜਿਹੜੇ ਸ਼ਾਸਕ ਹੁੰਦੇ ਸੀ। ਖੈਰ, ਨੈਸ਼ਨਲ ਸਿਕਿਉਰਿਟੀ ਐਕਟ ਦੀ ਉਤਪਤੀ 1980 ਦੇ ਵਿੱਚ ਹੋਈ ਹੈ। ਠੀਕ ਹੈ, ਇਹ ਇਸ ਦਾ ਇਤਿਹਾਸ ਹੈ। ਤਾਂ ਸਾਨੂੰ ਪ੍ਰੋਵੀਜ਼ਨਸ ਬਾਰੇ ਪਤਾ ਲੱਗ ਗਿਆ, ਸਾਨੂੰ ਇਤਿਹਾਸ ਬਾਰੇ ਪਤਾ ਲੱਗ ਗਿਆ। ਹੁਣ ਅਸੀਂ ਚੱਲਦੇ ਹਾਂ ਕ੍ਰਿਟਿਸਿਜ਼ਮ ਵੱਲ। ਤਾਂ ਕ੍ਰਿਟਿਸਿਜ਼ਮ ਦੀ ਸ਼ੁਰੂਆਤ ਤਾਂ ਉਸੇ ਸਟੇਟਮੈਂਟ ਨਾਲ ਮੈਂ ਕਰਾਂਗਾ ਜਿਹੜੀ ਮੁਹੰਮਦ ਅਲੀ ਜਿਨਾ ਨੇ ਦਿੱਤੀ ਸੀ। ਮੈਂ ਪਾਕਿਸਤਾਨ ਦੀ ਹਾਮੀ ਨਹੀਂ ਭਰ ਰਿਹਾ, ਪਰ ਉਸ ਵੇਲੇ ਮੁਹੰਮਦ ਅਲੀ ਜਿਨਾ, ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, all were against preventive detention। ਕਿਉਂਕਿ ਉਸ ਵੇਲੇ ਦੇਖੋ ਗੋਰਿਆਂ ਦੀ ਸਰਕਾਰ ਸੀਗੀ, ਤਾਂ ਜਿਹੜੇ ਗੋਰੇ ਸੀਗੇ ਉਹ ਤਾਂ ਮਿਸਯੂਜ਼ ਕਰਦੇ ਹੀ ਸੀਗੇ। ਜਿੰਨੇ ਵੀ ਸਾਡੇ ਫਰੀडम ਫਾਈਟਰ ਹੁੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਡਰ ਪਾ ਦਿੰਦੇ ਸੀ। ਉਹ ਕੋਈ ਕ੍ਰਾਈਮ ਵੀ ਨਹੀਂ ਕਮਿਟ ਕਰਦੇ ਸੀ, ਫਿਰ ਵੀ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਪਾ ਦਿੰਦੇ ਸੀ। ਤਾਂ ਗੋਰਿਆਂ ਨੇ ਤਾਂ ਠੀਕ ਠਾਕ ਮਿਸਯੂਜ਼ ਕੀਤਾ ਇਸ ਦਾ। ਠੀਕ ਹੈ, ਫਿਰ ਇਸੇ ਕਰਕੇ ਨਾ ਜਿੰਨੇ ਵੀ ਫਰੀडम ਫਾਈਟਰ ਸੀਗੇ ਤੇ ਮੁਸਲਿਮ ਲੀਗ ਦੇ ਵੀ ਜਿਹੜੇ ਮੈਂਬਰਾਂ ਸੀਗੇ ਮੁਹੰਮਦ ਅਲੀ ਜਿਨਾ ਵਰਗੇ, ਠੀਕ ਹੈ, ਉਹ ਕ੍ਰਿਟਿਸਾਈਜ਼ ਕਰ ਰਹੇ ਸੀ ਪ੍ਰੀਵੈਂਟਿਵ ਡਿਟੈਂਸ਼ਨ ਨੂੰ। ਠੀਕ ਹੈ, ਇਸੇ ਕਰਕੇ ਜਿੰਨੇ ਵੀ ਫਰੀडम ਫਾਈਟਰ ਸੀਗੇ ਉਹਨਾਂ ਨੇ ਕਿਹਾ ਕਿ ਪ੍ਰੀਵੈਂਟਿਵ ਡਿਟੈਂਸ਼ਨ ਦੀ ਬਿਲਕੁਲ ਵੀ ਥਾਂ ਨਹੀਂ ਹੈਗੀ ਹੈ ਇਨ ਅ ਡੈਮੋਕ੍ਰੈਟਿਕ ਸਿਵਲਾਈਜ਼ਡ ਕੰਟਰੀ, ਬਿਲਕੁਲ ਵੀ ਥਾਂ ਨਹੀਂ ਹੈਗੀ ਹੈ। ਫਿਰ ਵੀ ਪ੍ਰੀਵੈਂਟਿਵ ਡਿਟੈਂਸ਼ਨ ਦੀ ਥਾਂ ਕ੍ਰੀਏਟ ਕੀਤੀ ਗਈ ਇੰਡੀਪੈਂਡੈਂਟ ਇੰਡੀਆ ਦੇ ਵਿੱਚ। ਤਾਂ ਸਭ ਤੋਂ ਵੱਡਾ ਕ੍ਰਿਟਿਸਿਜ਼ਮ ਤਾਂ ਇਹ ਹੈ ਕਿ ਸਿਵਲਾਈਜ਼ਡ ਵਰਲਡ ਦੇ ਵਿੱਚ, ਡੈਮੋਕ੍ਰੈਟਿਕ ਲੋਕਤੰਤਰ ਦੇ ਵਿੱਚ ਜੇ ਪ੍ਰੀਵੈਂਟਿਵ ਡਿਟੈਂਸ਼ਨ ਦੀ ਕੋਈ ਥਾਂ ਨਹੀਂ ਹੈਗੀ ਹੈ ਤਾਂ ਇੰਡੀਆ ਦੇ ਵਿੱਚ ਇਸ ਨੂੰ ਕਾਹਨੂੰ ਰੱਖਿਆ ਹੈ? ਇਹ ਸਭ ਤੋਂ ਵੱਡਾ ਕ੍ਰਿਟਿਸਿਜ਼ਮ ਹੈ। ਕਿਉਂਕਿ ਕਹਿੰਦੇ ਜਿੰਨੇ ਵੀ ਡਿਵੈਲਪਡ ਕੰਟਰੀਜ਼ ਹੈਗੀਆਂ ਨਾ, ਇੰਗਲੈਂਡ ਦੇਖੋ, ਇੰਗਲੈਂਡ ਜਿਹਨੇ ਸਾਨੂੰ ਪ੍ਰੀਵੈਂਟਿਵ ਡਿਟੈਂਸ਼ਨ ਸਿਖਾਇਆ, ਠੀਕ ਹੈ, ਇੰਗਲੈਂਡ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਨਹੀਂ ਹੈਗਾ। ਜਿੰਨੀ ਵੀ ਡਿਵੈਲਪਡ ਕੰਟਰੀਜ਼ ਹੈਗੀਆਂ ਨਾ, ਜਿੰਨੀ ਵੀ ਸਿਵਲਾਈਜ਼ਡ ਕੰਟਰੀਜ਼ ਹੈਗੀਆਂ, ਵੈਸਟਰਨ ਕੰਟਰੀਜ਼ ਹੈਗੀਆਂ, ਉਹਨਾਂ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦਾ ਕੋਈ ਸਕੋਪ ਨਹੀਂ ਹੈ। ਤਾਂ ਇੰਡੀਆ ਵੀ ਤਾਂ ਸਿਵਲਾਈਜ਼ ਬਣਨਾ ਚਾਹੁੰਦਾ ਹੈ, ਫਿਰ ਇੰਡੀਆ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਕਾਹਨੂੰ ਰੱਖਿਆ? ਉਸ ਸਮੇਂ ਦੇ ਜਿਹੜੇ ਕਨਸਟੀਟਿਊਸ਼ਨ ਮੈਂਬਰ ਸੀਗੇ ਕਨਸਟੀਟਿਊਐਂਟ ਅਸੈਂਬਲੀ ਦੇ, ਉਹ ਆਹੀ ਗੱਲ ਦੱਸ ਰਹੇ ਸੀ। ਉਹ ਇਹੀ ਕਹਿ ਰਹੇ ਸੀ ਕਿ ਦੇਖੋ ਪ੍ਰੀਵੈਂਟਿਵ ਡਿਟੈਂਸ਼ਨ ਹੋਣਾ ਨਹੀਂ ਚਾਹੀਦਾ। ਪਰ ਕੁਝ ਅਜਿਹੇ ਮੈਂਬਰਾਂ ਵੀ ਸੀਗੇ ਜਿਹੜੇ ਕਹਿ ਰਹੇ ਸੀ ਦੇਖੋ ਇੰਡੀਆ ਦੇ ਪੈਕਿਊਲੀਅਰ ਸਰਕਮਸਟੈਂਸਸ ਹੈ। ਹਾਂ, ਅਸੀਂ ਤੁਹਾਡੀ ਗੱਲ ਮੰਨਦੇ ਹਾਂ ਕਿ ਡੈਮੋਕ੍ਰੈਟਿਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਨਹੀਂ ਹੋਣਾ ਚਾਹੀਦਾ, ਬਿਕੋਜ਼ ਜੇ ਬੰਦੇ ਨੇ ਜੁਰਮ ਹੀ ਨਹੀਂ ਕੀਤਾ, ਠੀਕ ਹੈ, ਫਿਰ ਤੁਸੀਂ ਉਹਨੂੰ ਜੇਲ੍ਹ 'ਚ ਬੰਦ ਕਿਉਂ ਕਰ ਰਹੇ ਹੋ? ਜੇਲ੍ਹ 'ਚ ਤਾਂ ਨਹੀਂ ਬੰਦ ਕਰਨਾ ਚਾਹੀਦਾ। ਹਾਂ, ਉਹਦੇ ਦਿਮਾਗ ਦੇ ਵਿੱਚ ਹੈਗਾ ਕ੍ਰਾਈਮ, ਪਰ ਥਾਟ ਕ੍ਰਾਈਮ ਨੂੰ ਤਾਂ ਅਸੀਂ ਪਨਿਸ਼ ਨਹੀਂ ਕਰਦੇ। ਜੇ ਤੁਸੀਂ ਦਿਮਾਗ ਦੇ ਵਿੱਚ ਸੋਚ ਰਹੇ ਹੋ ਕਿ ਯਾਰ ਮੈਂ ਇਹ ਕਰਾਂਗਾ, ਤਾਂ ਦਿਮਾਗ ਦੇ ਥਾਟ ਕ੍ਰਾਈਮ ਇਜ਼ ਨਾਟ ਅ ਕ੍ਰਾਈਮ ਐਟ ਆਲ। ਜੇ ਦਿਮਾਗ ਦੇ ਵਿੱਚ ਜੇ ਤੁਸੀਂ ਕੋਈ ਗਲਤ ਗੱਲਾਂ ਸੋਚ ਰਹੇ ਹੋ, ਉਸ ਦੀ ਵੀ ਪ੍ਰੋਸੀਕਿਊਸ਼ਨ ਹੁੰਦੀ ਹੈ, ਫਿਰ ਤਾਂ ਸਾਰੇ ਜੇਲ੍ਹ 'ਚ ਬੰਦ ਹੋਣਗੇ। ਜੇ ਦਿਮਾਗ ਨੂੰ ਹੀ ਆਧਾਰ ਬਣਾ ਕੇ ਤੁਸੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਰਹੇ ਹੋ, ਤਾਂ ਦਿਮਾਗ ਦੇ ਵਿੱਚ ਤਾਂ ਸਾਰੇ ਹੀ ਪੁੱਠੀਆਂ ਸਿੱਧੀਆਂ ਗੱਲਾਂ ਸੋਚਦੇ ਆ। ਤਾਂ ਦਿਮਾਗ ਥਾਟ ਕ੍ਰਾਈਮ ਨੂੰ ਕਦੇ ਪਨਿਸ਼ ਨਹੀਂ ਕਰਨਾ ਚਾਹੀਦਾ। ਤੇ ਜੇ ਤੁਹਾਡੇ ਕੋਲ ਸਬੂਤ ਹੈਗੇ ਕਿ ਇਹ ਬੰਦਾ ਫਿਊਚਰ ਦੇ ਵਿੱਚ ਕ੍ਰਾਈਮ ਕਰ ਸਕਦਾ ਹੈ, ਤਾਂ ਜਦ ਤੱਕ ਉਹਨੇ ਕ੍ਰਾਈਮ ਨਹੀਂ ਕੀਤਾ ਤੁਸੀਂ ਨਾ ਬੰਦ ਕਰਿਓ। ਦਿਸ ਇਜ਼ ਨਾਟ ਰਾਈਟ। ਪਰ ਜਿਹੜੇ ਸਪੋਰਟਰ ਸੀਗੇ ਪ੍ਰੀਵੈਂਟਿਵ ਡਿਟੈਂਸ਼ਨ ਦੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ, ਉਹਨਾਂ ਨੇ ਕਿਹਾ ਇੰਡੀਆ ਦੇ ਦੇਖੋ ਪੈਕਿਊਲੀਅਰ ਸਰਕਮਸਟੈਂਸਸ ਹੈ, ਬਿਲਕੁਲ ਸਹੀ ਗੱਲ ਹੈ, ਸਿਵਲਾਈਜ਼ਡ ਵਰਲਡ ਦੇ ਵਿੱਚ ਨਹੀਂ ਹੈ ਥਾਂ ਪ੍ਰੀਵੈਂਟਿਵ ਡਿਟੈਂਸ਼ਨ ਦੀ। ਬਟ ਸਾਡੇ ਸਰਕਮਸਟੈਂਸਸ ਹੀ ਅਜਿਹੇ ਨੇ, ਇਹੋ ਜਿਹੇ ਨੇ, ਹਨਾ। ਸਾਡੀ ਸਿਕਿਉਰਿਟੀ ਦਾ ਮੁੱਦਾ ਰਹਿੰਦਾ ਹੈ, ਸਾਡੇ ਕੰਟਰੀ ਦੇ ਵਿੱਚ ਕਮਿਊਨਲ ਰਾਈਟਸ ਦਾ ਮੁੱਦਾ ਰਹਿੰਦਾ ਹੈ, ਸਾਡੇ ਕੰਟਰੀ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਰਹਿੰਦੀ ਹੈ। ਤਾਂ ਇਸੇ ਕਰਕੇ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਇਨਕਲੂਡ ਤਾਂ ਕਰਾਂਗੇ, ਜ਼ਰੂਰ ਕਰਾਂਗੇ, ਅੰਡਰ ਆਰਟੀਕਲ 22 ਬਿਲਕੁਲ ਕਰਾਂਗੇ। ਪਰ ਦੇਖੋ ਅਸੀਂ ਵੀ ਜਾਣਦੇ ਹਾਂ ਕਿ ਸਿਵਲਾਈਜ਼ਡ ਵਰਲਡ ਦੇ ਵਿੱਚ ਨਹੀਂ ਹੈ ਥਾਂ, ਤਾਂ ਇਸੇ ਕਰਕੇ देयर शुड बी सर्टेन safeguards against misuse of preventive detention law। ਤਾਂ ਉਹ ਸੇਫਗਾਰਡਸ ਕਿਹੜੇ ਨੇ? ਉਹੀ ਫੰਡਾਮੈਂਟਲ ਰਾਈਟਸ ਦੇ ਵਿੱਚ ਸੇਫਗਾਰਡ ਦਿੱਤੇ ਆ, ਉਹੀ 3 months ਦੀ ਡੈਡਲਾਈਨ ਹੈਗੀ ਹੈ। ਐਕਸਟੈਂਸ਼ਨ ਦਾ ਪ੍ਰੋਸੈਸ ਔਖਾ ਹੈਗਾ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਸਰਕਾਰ ਜੇ ਮਨ ਦੇ ਵਿੱਚ ਪੂਰਾ ਸੰਕਲਪ ਲੈ ਲਵੇ ਕਿ ਯਾਰ 3 months ਤੋਂ ਵੱਧ ਹੀ ਬੰਦੇ ਨੂੰ ਰੱਖਣਾ ਤਾਂ ਉਹ ਰੱਖ ਸਕਦੀ ਹੈ। ਹਾਂ, ਕੋਰਟ ਇਸ ਦੀ ਇਜਾਜ਼ਤ ਜੇ ਨਹੀਂ ਦਿੰਦਾ ਤਾਂ ਨਹੀਂ ਸਰਕਾਰ ਰੱਖ ਸਕਦੀ। ਹਾਂ, ਕੋਰਟ ਦਾ ਇੱਕ ਸੇਫਗਾਰਡ ਜ਼ਰੂਰ ਪਾਇਆ। ਖੈਰ, ਹੁਣ ਕਦੇ-ਕਦੇ ਮੈਂ ਸੱਚੀ ਇਸ ਗੱਲ ਨਾਲ ਐਗਰੀ ਕਰਦਾ, ਮੈਂ ਸੱਚੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਦੇ-ਕਦੇ ਲੋੜ ਪੈਂਦੀ ਹੈ ਪ੍ਰੀਵੈਂਟਿਵ ਡਿਟੈਂਸ਼ਨ ਦੀ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਮੰਨਦਾ ਕਿ ਸਿਵਲਾਈਜ਼ਡ ਦੁਨੀਆ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦੀ ਕੋਈ ਥਾਂ ਨਹੀਂ ਹੈਗੀ ਹੈ, ਪਰ ਕਦੇ-ਕਦੇ ਹਿੰਦੁਸਤਾਨ ਦੇ ਵਿੱਚ ਲੋੜ ਪੈਂਦੀ ਹੈ। ਕੁਝ ਅਸਮਾਜਿਕ ਤੱਤਵ ਹੁੰਦੇ ਆ ਜਿਹੜੇ ਪ੍ਰੋਬਲਮ ਕ੍ਰੀਏਟ ਕਰਦੇ ਆ, ਤਾਂ ਇਸੇ ਕਰਕੇ ਪ੍ਰੀਵੈਂਟਿਵ ਡਿਟੈਂਸ਼ਨ ਦੀ ਜ਼ਰੂਰ ਲੋੜ ਹੁੰਦੀ ਹੈ, ਠੀਕ ਹੈ। ਪਰ ਹਾਂ, ਅਜਿਹੇ ਐਗਜ਼ਾਮਪਲਸ ਵੀ ਐਗਜ਼ਿਸਟ ਕਰਦੇ ਆ ਜਦ ਸਰਕਾਰ ਨੇ ਇਸ ਦਾ ਮਿਸਯੂਜ਼ ਵੀ ਕੀਤਾ,
ਹਿਸਟਰੀ ਦੇ ਵਿੱਚ ਅਜਿਹੇ ਐਮਰਜੈਂਸੀ, ਸਭ ਤੋਂ ਵੱਡਾ ਐਗਜ਼ਾਮਪਲ ਤਾਂ ਐਮਰਜੈਂਸੀ ਹੈ। ਐਮਰਜੈਂਸੀ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਦਾ ਮਿਸਯੂਜ਼ ਕੀਤਾ ਗਿਆ ਸੀ। ਤਾਂ ਅਜਿਹੇ ਐਗਜ਼ਾਮਪਲਸ ਵੀ ਐਗਜ਼ਿਸਟ ਕਰਦੇ ਤੇ ਅਜਿਹੇ ਐਗਜ਼ਾਮਪਲਸ ਵੀ ਐਗਜ਼ਿਸਟ ਕਰਦੇ ਕਿ ਜਦ ਪ੍ਰੀਵੈਂਟਿਵ ਡਿਟੈਂਸ਼ਨ ਕਰਕੇ ਸਾਡੇ ਦੇਸ਼ ਦੀ ਸਿਕਿਉਰਿਟੀ ਨੂੰ ਇਨਸ਼ੋਰ ਕੀਤਾ ਗਿਆ। ਠੀਕ ਹੈ, ਤਾਂ ਇਸੇ ਕਰਕੇ ਜਦ ਅਸੀਂ ਕ੍ਰਿਟਿਸਿਜ਼ਮ ਦੀ ਗੱਲ ਕਰਾਂਗੇ ਤਾਂ ਕ੍ਰਿਟਿਸਿਜ਼ਮ ਤਾਂ ਉਹੀ ਹੈ ਕਿ ਦੇਖੋ ਬਿਨਾਂ ਜੁਰਮ ਦੇ ਤੁਸੀਂ ਕਿਸੇ ਨੂੰ ਅੰਦਰ ਨਹੀਂ ਕਰ ਸਕਦੇ, ਪਰ ਫਿਰ ਉਹਦੀ ਫਲਿਪ ਸਾਈਡ ਕੀ ਹੈ ਕਿ ਜਦ ਤੁਹਾਨੂੰ ਪੂਰੀ ਆਸ਼ੰਕਾ ਹੈਗੀ ਹੈ, ਪੂਰੇ ਅਸਾਰ ਬਣ ਰਹੇ ਨੇ ਕਿ ਯਾਰ ਬੰਦਾ ਪ੍ਰੋਬਲਮ ਕ੍ਰੀਏਟ ਕਰੂਗਾ, ਨੈਸ਼ਨਲ ਸਿਕਿਉਰਿਟੀ ਨੂੰ ਤੰਗ ਕਰੂਗਾ, ਤਾਂ ਪ੍ਰੀਵੈਂਟਿਵ ਡਿਟੈਂਸ਼ਨ ਜ਼ਰੂਰੀ, ਮਹੱਤਵਪੂਰਨ ਹੋ ਜਾਂਦਾ ਹੈ। ਠੀਕ ਹੈ, ਤਾਂ ਬਸ ਇੰਨਾ ਕੋਈ। ਤਾਂ ਇਹੀ ਸੀਗਾ ਪੂਰੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਸੰਬੰਧਿਤ ਜਿੰਨੀ ਵੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ, ਉਹ ਬਸ ਇਹੀ ਹੈ। ਠੀਕ ਹੈ, ਬਾਕੀ ਤੁਹਾਡੀ ਪ੍ਰੀਖਿਆਵਾਂ ਦੇ ਲਈ ਤਾਂ ਇਹੀ ਜਾਣਕਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਪਰ ਜੇ ਤੁਹਾਨੂੰ ਇੰਟਰਸਟ ਹੈਗਾ ਇਸ ਖਬਰ ਦੇ ਵਿੱਚ ਤਾਂ ਤੁਸੀਂ ਜਿੰਨਾ ਕੁਝ ਪੜ੍ਹਨਾ ਚਾਹੁੰਦੇ ਹੋ ਪੜ੍ਹ ਲਿਓ, ਪਰ ਹਾਂ ਪ੍ਰੀਖਿਆਵਾਂ ਦੇ ਲਈ ਇਹੀ ਸਫੀਸ਼ੀਐਂਟ ਹੈਗਾ। ਠੀਕ ਹੈ, ਚਲੋ ਫਿਰ that's it from my side guys. I hope you understood National Security Act ਤੇ National Security Act ਦੇ ਸੰਬੰਧਿਤ ਜੋ ਕੁਝ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਉਹ ਤੁਸੀਂ ਸਾਰਾ ਕੁਝ ਸਮਝ ਗਏ ਹੋ। ਬਾਕੀ ਜੇਕਰ ਤੁਹਾਨੂੰ ਕੋਈ ਡਾਊਟ ਹੁੰਦਾ ਹੈ ਤਾਂ ਜ਼ਰੂਰ ਕਮੈਂਟ ਸੈਕਸ਼ਨ ਨੂੰ ਯੂਜ਼ ਕਰਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਣੇ ਡਾਊਟ ਸਾਡੇ ਨਾਲ ਸਾਂਝੇ ਕਰੋ। ਠੀਕ ਹੈ ਜੀ, ਚਲੋ ਫਿਰ ਥੈਂਕ ਯੂ ਸੋ ਮਚ एवरीवन। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।